ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਇਸ ਪਾਨੀ ਤੇ ਜਿਨ ਤੂੰ ਘਰਿਆ, ਮਾਟੀ ਕਾ ਲੈ ਦੇਹੁਰਾ ਕਰਿਆ। ਉਕਤ ਜੋਤ ਲੈ ਸੂਰਤ ਪਰੀਖਿਆ, ਮਾਤ ਗਰਭ ਮਹਿ ਜਿਨ ਤੂੰ ਰਾਖਿਆ। ਇਸ ਪਾਨੀ ਤੇ ਜਿਨ ਤੂੰ ਘਰਿਆ, ਮਾਟੀ ਕਾ ਲੈ ਦੇਹੁਰਾ ਕਰਿਆ। ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮਹਿ ਜਿਨ ਤੂੰ ਰਾਖਿਆ। ਰਾਖਨਹਾਰ ਸੰਭਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਰਾਖਨਹਾਰ ਸੰਭਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤ ਸੰਗਤ ਜੀਓ, ਇਹ ਪਾਵਨ ਸਥਾਨ ਜਿੱਥੇ ਬੈਠ ਕੇ ਧੰਨ ਗੁਰੂ ਰਾਮਦਾਸ ਜੀ ਨੇ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕੀਤਾ, ਜਿਸ ਸਥਾਨ 'ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਇਹ ਸਰੂਪ ਹੋਂਦ ਵਿੱਚ ਆਇਆ। ਜਿਸ ਪਾਵਨ ਸਥਾਨ 'ਤੇ ਪਹਿਲਾ ਪ੍ਰਕਾਸ਼ ਹੋਇਆ, ਪਹਿਲਾ ਹੁਕਮ ਹੋਇਆ, ਉਹ ਪਾਵਨ ਸਥਾਨ ਅੰਮ੍ਰਿਤਸਰ ਸਿਫਤੀ ਦਾ ਘਰ। ਆਪ ਜੀ ਹਾਜ਼ਰ ਹੋਏ ਹੋ, ਸਤਿਗੁਰਾਂ ਦੇ ਦੀਦਾਰ ਕੀਤੇ ਉਪਰੰਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੈਠ ਕੇ ਅੱਜ ਦੇ ਆਏ ਫਰਮਾਨ ਹੁਕਮ ਦਾ ਵਿਚਾਰ ਕਰਨਾ ਹੈ। ਮੂਲ ਪਾਠ ਆਪ ਜੀ ਨੇ ਭਾਈ ਦਿਲਰਾਜ ਸਿੰਘ ਜੀ ਇਹਨਾਂ ਪਾਸੋਂ ਸਰਵਣ ਕੀਤਾ ਹੈ। ਰਾਮਕਲੀ ਰਾਗ ਵਿੱਚੋਂ ਅਸ਼ਟਪਦੀਆਂ ਹਨ। ਇਹ ਅਸ਼ਟਪਦੀ ਅੱਜ ਦਾ ਫਰਮਾਨ ਹੈ, ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਓ ਪੰਕਤੀਆਂ ਔਰ ਉਹਨਾਂ ਦੇ ਅਰਥ, ਮੂਲ ਭਾਵ, ਇਸ ਦਾ ਵਿਚਾਰ ਆਰੰਭ ਕਰੀਏ। ਇੱਕ ਵਾਰ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ। ਰਾਗ ਰਾਮਕਲੀ। ਇਸ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ। ਹਾਂਜੀ, ਇਸ ਪਾਨੀ ਤੇ ਜਿਨ ਤੂੰ ਘਰਿਆ। ਆਰੰਭ ਦੀ ਪੰਕਤੀ ਦਾ ਵਿਚਾਰ ਕਰਨ ਤੋਂ ਪਹਿਲੇ ਕੁਛ ਇੱਕ ਦੋ ਵਿਚਾਰਾਂ ਆਪ ਧਿਆਨ ਵਿੱਚ ਲੈ ਲਵੋ। ਸਤਿਗੁਰੂ ਨਾਨਕ ਦੇਵ ਜੀ ਨੂੰ ਭਾਂਤੋ ਭਾਂਤ ਦੇ ਦਰਵੇਸ਼, ਫਕੀਰ ਵੀ ਮਿਲੇ, ਬਾਦਸ਼ਾਹ ਵੀ ਮਿਲੇ। ਸਤਿਗੁਰਾਂ ਨੂੰ ਯੋਗੀ ਵੀ ਮਿਲੇ, ਕਾਜ਼ੀ ਵੀ ਮਿਲੇ, ਬ੍ਰਾਹਮਣ ਵੀ ਮਿਲੇ।
ਤੇ ਉਹਨਾਂ ਨੇ ਇੱਕ ਬਚਨ ਵੀ ਕਿਹਾ ਹੈ ਕਿ ਤਿੰਨ ਆਗੂ ਉਜਾੜੇ ਦਾ ਬੰਨਾ ਨੇ, ਇਹਨਾਂ ਜਗ ਤੇ ਉਜਾੜ ਕੇ ਰੱਖ ਛੱਡੇ ਹੈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਅਸਲ ਵਿੱਚ ਜਿਸ ਰਾਜ ਵਿੱਚ ਜ਼ੁਲਮ ਹੋਵੇ, ਜ਼ੁਲਮ ਰਾਜ ਨੂੰ ਤਬਾਹ ਕਰਕੇ ਰੱਖ ਦਿੰਦਾ। ਦੂਸਰਾ, ਜਿਸ ਧਰਮ ਵਿੱਚ ਪਖੰਡ ਹੋਵੇ, ਪਖੰਡ ਧਰਮ ਨੂੰ ਵੀ ਤਬਾਹ ਕਰਕੇ ਰੱਖ ਦਿੰਦਾ ਹੈ। ਜਿਸ ਸਮਾਜ ਵਿੱਚ ਗਲਤ ਰਸਮਾਂ ਕੁਰੀਤੀਆਂ ਰਸਮਾਂ ਬਣ ਜਾਣ, ਉਹ ਸਮਾਜ ਵੀ ਤਬਾਹ ਹੋ ਜਾਂਦਾ। ਔਰ ਤਿੰਨੇ ਸੰਸਥਾ ਸੰਸਾਰ ਨੂੰ ਸੁੱਖ ਦੇਣ ਲਈ ਇਹ ਤਿੰਨੇ ਹੀ ਤਬਾਹ ਹੋਈਆਂ ਸਨ। ਤਿਆਗ ਦਾ ਇੰਨਾ ਪ੍ਰਭਾਵ ਸੀ, ਕਹਿੰਦੇ ਸਨ ਜੇ ਤਿਆਗੀ ਨਾ ਬਣੋਗੇ, 21 ਕੁਲਾਂ ਵਿੱਚੋਂ ਇੱਕ ਵੀ ਸਾਧੂ ਨਾ ਬਣੇ ਤੇ 21 ਡੁੱਬ ਜਾਣਗੀਆਂ। ਗੋਪੀ ਚੰਦ ਵਰਗੇ ਸਾਧੂ ਬਣ ਗਏ। ਗੋਰਖਨਾਥ ਦਾ ਇੰਨਾ ਪ੍ਰਭਾਵ ਸੀ, ਐਸਾ ਪ੍ਰਤਾਪੀ ਪੁਰਖ ਸੀ ਕਿ ਰਾਜਿਆਂ ਨੂੰ ਰਾਜ ਛੁਡਾ ਕੇ ਤੇ ਉਹਨਾਂ ਦੇ ਹੱਥ ਵਿੱਚ ਠੂਠੇ ਫੜਾ ਦਿੱਤੇ, ਕੰਨ ਪਾੜ ਕੇ ਮੁੰਦਰਾਂ ਪਾ ਦਿੱਤੀਆਂ। ਸਤਿਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਮਿਲੇ ਨੇ, ਇਹਨਾਂ ਨੂੰ ਕਿਹਾ ਤੁਸੀਂ ਘਰ ਕਿਉਂ ਛੱਡਿਆ? ਉਹ ਪੁੱਛਦੇ ਨੇ ਤੁਸੀਂ ਛੱਡੇ ਕਿ ਨਹੀਂ? ਕਹਿਣ ਲੱਗੇ ਮੈਂ ਨਹੀਂ ਛੱਡੇ, ਮੈਂ ਤੇ ਸਿਰਫ ਤੁਹਾਨੂੰ ਸਮਝਾਉਣ ਲਈ ਆਇਆ। ਮੇਰੇ ਬੱਚੇ ਨੇ, ਮੈਂ ਉੱਥੇ ਹੀ ਜਾਵਾਂਗਾ, ਮੇਰੀ ਪਤਨੀ ਵੀ ਹੈ, ਮੇਰੇ ਮਾਂ ਬਾਪ ਵੀ ਹੈ, ਤੁਸੀਂ ਕਿਉਂ ਛੱਡਿਆ? ਕਹਿਣ ਲੱਗੇ ਇਸ ਲਈ ਕਿ ਘਰ ਵੇਖਿਆ ਰੱਬ ਭੁੱਲਦਾ। ਅਸੀਂ ਜੋ ਸਮਾਨ ਸੇ ਸੋਨਾ ਚਾਂਦੀ ਬਸਤਰ ਸਭ ਤਿਆਗ ਦਿੱਤੇ, ਕਿਉਂਕਿ ਵੇਖਿਆ ਰੱਬ ਭੁੱਲਦਾ। ਘਰ ਛੱਡ ਦਿੱਤੇ ਕਿ ਵੇਖਿਆ ਰੱਬ ਭੁੱਲਦਾ। ਸਤਿਗੁਰੂ ਕਹਿਣ ਲੱਗੇ ਜੇ ਨਾ ਭੁੱਲੇ, ਮਸਲਾ ਤੇ ਇੰਨਾ ਹੀ ਆ ਨਾ ਕਿ ਰੱਬ ਨਾ ਭੁੱਲੇ, ਸਮਾਨ ਛੱਡਣ ਦਾ, ਪਰਿਵਾਰ ਛੱਡਣ ਦਾ ਤੇ ਕੋਈ ਮਸਲਾ ਨਹੀਂ। ਮਸਲਾ ਇੱਕ ਹੈ ਕਿ ਰੱਬ ਨਾ ਭੁੱਲੇ। ਤੇ ਕਹਿਣ ਲੱਗੇ ਮੈਂ ਇੱਕ ਜੁਗਤੀ ਰੱਬ ਕੋਲੋਂ ਹੀ ਲੈ ਕੇ ਆਇਆ ਤੇ ਤੁਹਾਨੂੰ ਦੱਸ ਦੇਣਾ ਜੇ ਤੁਹਾਡੀ ਸਮਝ ਵਿੱਚ ਆ ਜਾਏ। ਕਹਿਣ ਲੱਗੇ ਕਿਹੜੀ? ਕਹਿਣ ਲੱਗੇ ਜੋ ਸੰਸਾਰ ਵਿੱਚ ਹੈ, ਸੰਸਾਰ ਹੈ ਰੱਬ ਦਾ ਰੂਪ, ਇਹ ਹੈ ਉਸ ਦੀ ਦਾਤ, ਤੇ ਦਾਤ ਵਿੱਚੋਂ ਦਾਤਾਰ ਵੇਖੋ। ਬਸ ਇੰਨੀ ਗੱਲ ਹੈ। ਵੇਖੋ ਪੁੱਤਰ ਤੇ ਦਰਸ਼ਨ ਹੋਣ ਦਾਤਾਰ ਦੇ। ਪੁੱਤਰ ਵੇਖੋ ਪ੍ਰਮਾਤਮਾ ਦਿਸੇ, ਪਤਨੀ ਵੇਖੋ ਪ੍ਰਮਾਤਮਾ ਦਿਸੇ, ਘਰ ਵੇਖੋ ਪ੍ਰਮਾਤਮਾ ਯਾਦ ਆਵੇ, ਖਾਣਾ ਖਾਓ ਪ੍ਰਮਾਤਮਾ ਯਾਦ ਆਏ, ਜੋ ਵਸਤੂ ਹੰਡਾਓ ਤੁਹਾਨੂੰ ਰੱਬ ਯਾਦ ਆਏ। ਛੱਡਣ ਦੀ ਲੋੜ ਹੀ ਕੋਈ ਨਹੀਂ। ਦਾਤ ਨੂੰ ਵੇਖ ਕੇ ਦਾਤਾਰ ਨਾ ਭੁੱਲੇ, ਦਾਤਾਰ ਯਾਦ ਆਏ। ਗੱਲ ਬੜੀ ਸਿੱਧੀ ਸੀ। ਜਿਨ੍ਹਾਂ ਦੀ ਸਮਝ ਵਿੱਚ ਆਈ ਉਹਨਾਂ ਨੇ ਕਿਹਾ ਹਾਂ। ਪਾਤਸ਼ਾਹ ਨੇ ਜਪਜੀ ਸਾਹਿਬ 'ਚ ਫਰਮਾਇਆ ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਇਹ ਰੱਬ ਦੀ ਨਿਸ਼ਾਨੀ ਹੈ। ਸਤਿਗੁਰੂ ਕਹਿੰਦੇ ਨੇ ਇਹ ਸਰੀਰ ਵੀ ਤੇਰਾ ਰੱਬ ਦੀ ਨਿਸ਼ਾਨੀ ਹੈ। ਵੈਸੇ ਬੰਦੇ ਕੋਲ ਨਿਸ਼ਾਨੀਆਂ ਤੇ ਇੰਨੀਆਂ ਨੇ ਕਿ ਨਿਸ਼ਾਨੀ ਵੇਖ ਕੇ ਨਿਸ਼ਾਨੀ ਵਾਲਾ ਯਾਦ ਆਉਣਾ ਚਾਹੀਦਾ। ਮੈਨੂੰ ਉਹ ਮਿਥਿਹਾਸਕ ਘਟਨਾ ਯਾਦ ਆਉਂਦੀ ਹੈ। ਹਨੂਮਾਨ ਜਾਂਦਾ ਤੇ ਸੀਤਾ ਨੂੰ ਕਹਿੰਦਾ ਮੈਂ ਰਾਮ ਦਾ ਦੂਤ ਹਾਂ। ਉਹ ਕਹਿੰਦੀ ਮੈਂ ਭਰੋਸਾ ਕਿਵੇਂ ਕਰਾਂ, ਬਹੁਤ ਰਾਖਸ਼ ਇੱਥੇ ਆਉਂਦੇ ਨੇ, ਤੈਨੂੰ ਰਾਮ ਦਾ ਦੂਤ ਕਿਵੇਂ ਮੰਨਾਂ? ਜਦੋਂ ਰਾਮ ਦੀ ਰਿੰਗ ਉਹ ਅੰਗੂਠੀ ਵਿਖਾ ਦਿੰਦਾ ਨਾ, ਕਹਿੰਦੀ ਹਾਂ ਹੁਣ ਮੰਨ ਲੈਂਦੀ ਹਾਂ, ਇਹ ਅੰਗੂਠੀ ਮੇਰੇ ਰਾਮ ਦੀ ਹੈ। ਨਿਸ਼ਾਨੀ ਵੇਖੀ ਤੇ ਨਿਸ਼ਾਨੀ ਵਾਲਾ ਯਾਦ ਆ ਗਿਆ। ਗੁਰੂ ਸਾਹਿਬ ਜੀ ਤੇ ਕਹਿੰਦੇ ਨੇ
ਭਾਈ ਜਿੰਨੀਆਂ ਨਿਸ਼ਾਨੀਆਂ ਨੇ ਉਸ ਪ੍ਰਮਾਤਮਾ ਦੀਆਂ ਨੇ। ਕਾਲਮ ਨੇ ਕਿਹਾ अपने ही यार की है जितनी ही भी है निशानियां। कहते ने जिन्नियां निशानियां ने उस प्यारे दियां ने। निशानियां वेख, निशानियां वाले नू याद कर, तू भी तो उसकी निशानी है। नास्तिक दुनिया हो गई ते कहन लगे आज तक जिन्ने ने सब नू मार दिओ। एक सियाने कहा अपने आप नू भी मारना पवेगा। तुसी भी तो उसे दी निशानी हो। मंदिर मिटा दिओगे, चर्च मिटा दिओगे, मसीतां मिटा दिओगे, लेकिन तुसी भी उसे दी निशानी हो। एक सटीक मैं वेखे जपजी साहब दी, वो कीती सी विनोबा भावे दी। जिथे सृष्टि रचना की गल आउंदी है ना कि कीता पसाओ एको कुआओ तिसते होए लख दरियाओ। एक गल उन्होंने बड़ी कमाल लिखी इत्थे आके। कहते ने एक वेद मंत्र है सृष्टि रचना का, उस विच जिक्र है तो क्या है जिहड़ा पढ़ेगा मुक्त हो जाएगा। वो कहता बाबे नानक का बचन पढ़ के मैनू समझ आई है, जां ते अपना आद वेख लै ते तेरा आद की है, हंकार टुट जाएगा। बिल्कुल ही अकल का अंधा ना कोई होवे। जी अकल है ना रंचक मात्र वे, आद वेख हंकार टुट जाएगा, या अंत वेख हंकार टुट जाएगा। गुरु साहब इत्थे आद तो शुरू कर रहे हैं। अंत ते है कबीर, हाड़ जरे ज्यों लकड़ी, केस जरे ज्यों घास। ये जग जरता देख के भयो कबीर उदास। बाबा फरीद जी ने बड़ा सुंदर कहा, फरीदा खाक न निंदी है, खाको जेड़ न कोए, जीवदियां पैरां तले मोया उपर होए। आखिर ते तू खाक आ ते खाक किस गल दा गुमान करे। इत्थे कहंदे ने आ तैनू तेरा मुढ़ विखावां, कमन मूल ते मानुख करिया, ये प्रताप तुहारा। ये ते तुहाडा प्रताप है, तुहाडी वडियाई है। पानी ते चित्र बनाउणा, वो कहंदे ने अज तक नहीं वेखिया। कंधां ते चित्र वेखे सन, पत्थर ते चित्र वेखे सन, पर पानी ते चित्र इहदी मूरत पानी तो बनाई है। माँ की रक्त पिता विदधारा, सूरत मूरत करे उपारा। आओ सरवण करो। पातशाह कहते ने तेनू किवें घड़िया, तेरा मूल की है, सरवण करो जी। एक बार आखो सतनाम श्री वाहिगुरु साहिब जी। हाँ जी। इस पानी ते जिन तू घरिया, इस पानी तो, पानी दी एक बूंद तो तेरी घाड़त घड़ी है, तेनू घड़िया है। माटी का ले देहुरा करया। देहुरा दा अर्थ है मंदिर। ये शरीर मंदिर जिहड़ा तेरा बड़ा सवार सवार के रखना, ये मिट्टी का देहुरा बनाया। मिट्टी तो तेरा ये शरीर उसने कर देता। उक्त जोत लै सूरत परीखिया। उक्त कहते ने दलील नूं, बुद्धि नूं। जोत उसे अपनी रख देते ते जोत तो सुरत बन गई। एक शक्ति तेरे विच रख दी परख दी। तू वेख सकने, परख सकना है। इस साडे अंदर जो शक्ति है कि गल ठीक है कि गलत है, यह चीज़ खाण वाली है कि नहीं, इधर जाना है कि नहीं जाना, जिहड़ा असीं परख करने आ, ये परख की शक्ति बुद्ध है। ये उक्तियां युक्तियां, ये दलीलां बनाउण वाला, ये सुरत जो तेरे विच उसने रखी है, ये उसकी जोत की बरकत है। उसने अपनी जोत टिकाई। उक्त जोत ले सुरत प्रीखिया, प्रीखिया वाली सुरत तेरे अंदर रख देते। मात गर्भ मह जिन तू राखिया। माता दे गर्भ विच वे तेनू तेरी रखिया कीते, उथे भी तेरी रखवाली करदा रहा, नहीं तो किवें बचदा। जठ रगन विच भी
ਤੈਨੂੰ ਸੇਕ ਨਹੀਂ ਲੱਗਣ ਦਿੱਤਾ, ਤੇਰੀ ਰਖਵਾਲੀ ਕੀਤੀ, ਹਰ ਪਾਸਿਓਂ ਤੂੰ ਉਸ ਦਾ ਸਾਂ, ਤੈਨੂੰ ਟਿਕਾਇਆ, ਤੈਨੂੰ ਬਚਾਇਆ, ਔਰ ਤੈਨੂੰ ਉਸ ਨੇ ਮਾਤਾ ਦੇ ਗਰਭ ਵਿੱਚ ਵੀ ਬਚਾ ਕੇ ਰੱਖਿਆ। ਹਾਂਜੀ, ਰਾਖਨਹਾਰ ਸੰਭਾਰ ਜਨਾ। ਕਹਿੰਦੇ ਨੇ ਤੂੰ ਕਦੀ ਧਿਆਨ ਨਹੀਂ ਕੀਤਾ ਉਸ ਰੱਖਣ ਵਾਲੇ ਨੂੰ। ਹੇ ਬੰਦੇ, ਸੰਭਾਰ ਦਾ ਅਰਥ ਹੈ ਚੇਤੇ ਕਰਨਾ। ਉਸ ਪ੍ਰਮਾਤਮਾ ਨੂੰ ਯਾਦ ਕਰ ਜਿਸ ਨੇ ਤੇਰੀ ਰੱਖਿਆ ਕੀਤੀ, ਜਿਸ ਨੇ ਤੈਨੂੰ ਬਚਾ ਕੇ ਰੱਖਿਆ, ਜਿਸ ਨੇ ਤੇਰੇ ਸਿਰ ਤੇ ਹੱਥ ਰੱਖ ਕੇ ਹਰ ਮੁਸ਼ਕਲ ਤੋਂ ਤੈਨੂੰ ਬਚਾਇਆ। ਹਾਂਜੀ, ਸਗਲੇ ਛੋੜ ਵਿਚਾਰ ਮਨਾ। ਉਸ ਦਾ ਸਿਮਰਨ ਕਰ। ਬਾਕੀ ਵਿਚਾਰਾਂ, ਜਿਹੜੀਆਂ ਵਿਚਾਰਾਂ ਤੈਨੂੰ ਰੱਬ ਨਾਲੋਂ ਤੋੜਨ, ਜਿਹੜੀਆਂ ਵਿਚਾਰਾਂ ਤੈਨੂੰ ਪ੍ਰਮਾਤਮਾ ਭੁਲਾਉਣ, ਜਿਹੜੀਆਂ ਵਿਚਾਰਾਂ ਆਲਸੀ ਬਣਾਉਣ, ਜਿਹੜੀਆਂ ਵਿਚਾਰਾਂ ਨਿਰੰਕਾਰ ਤੋਂ ਦੂਰ ਲੈ ਜਾਣ, ਉਹ ਵਿਚਾਰਾਂ ਸਾਰੀਆਂ ਛੱਡ ਦੇ। ਰਹਾਉ ਹਾਂਜੀ, ਜਿਨ ਦੀਏ ਤੁਧ ਬਾਪ ਮਹਤਾਰੀ। ਜਿਸ ਨੇ ਤੈਨੂੰ ਬਾਪ ਦਿੱਤਾ, ਮਾਂ ਦਿੱਤੀ। ਇੱਕ ਬੜੀ ਸੁੰਦਰ ਕਥਾ ਹੈ, ਇਸਲਾਮੀ ਕਥਾ ਹੈ ਕਿ ਖੁਦਾ ਨੂੰ ਫਰਿਸ਼ਤੇ ਕਹਿੰਦੇ ਨੇ, ਇਹ ਜੀਵ ਜਿਹੜਾ ਤੁਸੀਂ ਬਣਾਇਆ, ਬੜੀ ਪਿਆਰੀ ਇਹ ਕਥਾ ਹੈ ਕਿ ਪਹਿਲੋਂ ਫਰਿਸ਼ਤਿਆਂ ਨੂੰ ਭੇਜਿਆ, ਜਾਓ ਮਿੱਟੀ ਲੈ ਕੇ ਆਓ। ਉਹਨਾਂ ਕਿਹਾ ਕੀ ਕਰਨੀ ਹੈ? ਕਹਿਣ ਲੱਗੇ ਬੰਦਾ ਬਣਾਉਣਾ, ਜਾਓ ਮਿੱਟੀ ਲੈ ਕੇ ਆਓ। ਜਦੋਂ ਮਿੱਟੀ ਲੈਣ ਆਏ ਤੇ ਜਿੰਨੇ ਜੀਵ ਸਨ ਸਾਰੇ ਰੋਣ ਲੱਗ ਪਏ, ਉੱਚੀ ਉੱਚੀ ਕਹਿਣ ਲੱਗੇ ਨਾ ਲਿਜਾਇਓ। ਇਹ ਮਿੱਟੀ ਲੈ ਗਏ, ਇਹ ਮਿੱਟੀ ਨੇ ਫਿਰ ਦੁੱਖ ਹੀ ਦੁੱਖ ਭੋਗਣਾ, ਨਾ ਲਿਜਾਇਓ। ਤੇ ਫਰਿਸ਼ਤੇ ਵਾਪਸ ਤੁਰ ਗਏ। ਕਹਿਣ ਲੱਗੇ ਉਹਨਾਂ ਦਾ ਰੋਣਾ ਵੇਖਿਆ ਨਹੀਂ ਜਾਂਦਾ, ਅਸੀਂ ਤੇ ਆ ਗਏ। ਇਸਰਾਈਲ ਨੂੰ ਭੇਜਿਆ, ਤੂੰ ਲਿਆ। ਸਾਰੇ ਰੋਂਦੇ ਰਹੇ। ਕਹਿਣ ਲੱਗਾ ਰੋਂਦੇ ਰਹੋ ਸਾਰੇ, ਮੈਨੂੰ ਤੇ ਖੁਦਾ ਦਾ ਹੁਕਮ ਹੈ, ਮੈਂ ਤੇ ਉਸ ਦਾ ਹੁਕਮ ਮੰਨਣਾ, ਇਸ ਲਈ ਮਿੱਟੀ ਮੈਂ ਤੇ ਲੈ ਕੇ ਜਾਣੀ ਹੈ। ਉਹ ਰੋਂਦਿਆਂ ਦੀ ਪਰਵਾਹ ਨਾ ਕੀਤੀ, ਮਿੱਟੀ ਲੈ ਗਿਆ। ਕਹਿਣ ਲੱਗੇ ਤੂੰ ਬੜਾ ਬੇਰਹਿਮ ਬੇਦਰਦ ਹੈ, ਰੋਂਦਿਆਂ ਦੀ ਪਰਵਾਹ ਨਹੀਂ ਕੀਤੀ, ਮਿੱਟੀ ਲੈ ਆਇਆ। ਮਾਰਨ ਦੀ ਡਿਊਟੀ ਵੀ ਤੇਰੀ ਲਾ ਦਿੰਦੇ ਆ, ਕਿਉਂਕਿ ਮਾਰਨ ਵਾਲਾ ਵੀ ਬੇਰਹਿਮ ਹੀ ਚਾਹੀਦਾ। ਇਜ਼ਰਾਈਲ ਦੀ ਮਾਰਨ ਦੀ ਡਿਊਟੀ ਲਾ ਦਿੱਤੀ। ਉਹ ਕਿਹਾ ਨਾ, ਅਜ਼ਰਾਈਲ ਫਰਿਸ਼ਤਾ ਕਹਿ ਕਰ ਨਾਠੀ ਅੱਡ। ਇਸ ਮਨੁੱਖ ਨੂੰ ਮਿੱਟੀ ਲਾਈ। ਮਿੱਟੀ ਦੇ ਵਿੱਚ ਕਹਿੰਦੇ ਨੇ ਉਸਨੇ ਆਪਣਾ ਨੂਰ, ਆਪਣੀ ਜੋਤ ਜਿਹੜੀ ਸੀ ਰੱਖ ਦਿੱਤੀ। ਇਹ ਤੁਰਨ ਫਿਰਨ ਲੱਗ ਪਿਆ, ਇਹ ਚੱਲਣ ਲੱਗ ਪਿਆ। ਇਸ ਨੇ ਵੇਖਿਆ ਸੰਸਾਰ ਆ ਕੇ ਤੇ ਖੁਦਾ ਭੁੱਲ ਗਿਆ। ਉਹ ਕਹਿੰਦੇ ਨੇ ਯਾਦ ਰੱਖ, ਜਿਸ ਮਾਲਕ ਨੇ ਤੈਨੂੰ ਭੇਜਿਆ, ਜਿਸ ਮਾਲਕ ਨੇ ਤੇ ਇੱਥੇ ਮਿੱਟੀ ਦੇ ਵਿੱਚ ਨੂਰ ਪੈਦਾ ਕਰ ਦਿੱਤਾ ਹੈ। ਤੇ ਇੱਕ ਗੱਲ ਹੋਰ ਉਹਨਾਂ ਕਿਹਾ, ਤੁਸੀਂ ਭੇਜਦੇ ਰਹੇ ਹੋ, ਇਸ ਨੂੰ ਉੱਥੇ ਰੱਖਿਆ ਕੌਣ ਕਰੇਗਾ, ਪਾਲੇਗਾ ਕੌਣ? ਕਹਿਣ ਲੱਗੇ 2 ਫਰਿਸ਼ਤੇ ਮੈਂ ਪਹਿਲੇ ਭੇਜ ਦਿੱਤੇ ਨੇ, ਤੁਹਾਨੂੰ ਨਹੀਂ ਪਤਾ। ਕਹਿਣ ਲੱਗੇ ਜੇ ਫਰਿਸ਼ਤਿਆਂ ਨੂੰ ਤੇ ਅਸੀਂ ਜਾਣਦੇ ਹਾਂ ਜਿੰਨੇ ਕੁ ਹੈ, ਕਿ ਕੋਈ ਐਸਾ ਹੈ ਜਿਹਨੂੰ ਕਹਿੰਦੇ ਆ ਰਿਜ਼ਕ ਦੇਣ ਵਾਲਾ ਹੈ, ਕਿਸੇ ਨੂੰ ਕਹਿੰਦੇ ਹਾਂ ਇਹ ਮਾਰਨ ਵਾਲਾ ਹੈ, ਕਿਸੇ ਨੂੰ ਕਹਿੰਦੇ ਆ ਲੇਖਾ ਲਿਖਣ ਵਾਲਾ ਹੈ। ਕਿਹੜੇ ਫਰਿਸ਼ਤੇ ਨੇ? ਕਹਿਣ ਲੱਗੇ ਮਾਂ ਬਾਪ। ਮਾਂ ਬਾਪ ਭੇਜੇ ਨੇ ਜਿਹੜੇ ਇਸ ਦੀ ਰੱਖਿਆ ਕਰਨਗੇ। ਆਪ ਗਿੱਲੇ ਥਾਂ ਤੇ ਸੌਂ ਲੈਣਗੇ, ਇਹਨੂੰ ਸੁੱਕੇ ਥਾਂ ਤੇ ਸੁਵਾਉਣਗੇ। ਆਪ ਭੁੱਖੇ ਰਹਿ ਲੈਣਗੇ ਪਰ ਇਹਦਾ ਪੇਟ ਭਰਨਗੇ। ਆਪ ਦੁੱਖ ਸਹਿ ਲੈਣਗੇ ਪਰ ਇਹਨੂੰ ਸੁੱਖ ਦੇਣਗੇ। ਉਹ ਫਰਿਸ਼ਤੇ, ਉਹ ਕੌਣ ਨੇ? ਮਾਂ ਬਾਪ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਜਿਸ ਨੇ ਤੈਨੂੰ ਮਾਂ ਦਿੱਤੀ, ਜਿਸ ਨੇ ਤੈਨੂੰ ਬਾਪ ਦਿੱਤਾ, ਜਿਨ ਦੀਏ ਤੁਧ ਬਾਪ ਮਹਤਾਰੀ।
ਬਾਪ ਔਰ ਮਾਂ ਵਰਗੇ ਸੇਵਾਦਾਰ ਤੈਨੂੰ ਬਖਸ਼ਿਸ਼ ਕੀਤੇ। ਹਾਂਜੀ, ਜਿਨ ਦੀਏ ਭਰਾਤ ਪੁੱਤ ਹਾਰੇ। ਕਹਿੰਦੇ ਨੇ ਭਰਾ ਦਿੱਤੇ, ਪੁੱਤਰ ਦਿੱਤੇ, ਨੌਕਰ ਚਾਕਰ ਕੰਮ ਕਰਨ ਵਾਲੇ ਦਿੱਤੇ। ਹਾਂਜੀ, ਜਿਨ ਦੀਏ ਤੁਧ ਬਨਤਾ ਅਰ ਮੀਤਾ। ਬਣਤਾ ਇਸਤਰੀ, ਜਿਸ ਨੇ ਤੈਨੂੰ ਇਸਤਰੀ ਦਿੱਤੇ ਔਰ ਮਿੱਤਰ ਦਿੱਤੇ। ਜਿਸ ਹਾਂਜੀ, ਠਾਕੁਰ ਕੋ ਰੱਖ ਲਿਹੁ ਚੀਤਾ। ਉਸ ਮਾਲਕ ਨੂੰ ਹਮੇਸ਼ਾ ਚਿੱਤ ਵਿੱਚ ਟਿਕਾ ਕੇ ਰੱਖ, ਉਸ ਦਾ ਚੇਤਾ ਰੱਖ, ਭਾਵ ਉਸ ਦਾ ਸਿਮਰਨ ਕਰ। ਹਾਂਜੀ, ਜਿਨ ਦੀਏ ਤੁਧ ਪਵਨ ਅਮੋਲਾ। ਜਿਸ ਨੇ ਤੈਨੂੰ ਹਵਾ ਵਰਗੇ ਅਮੋਲਕ ਦਾਤ ਦਿੱਤੀ। ਵੈਸੇ ਇਹਨਾਂ ਦਾਤਾਂ ਦੀ ਅਸੀਂ ਕਦਰ ਨਹੀਂ ਕਰਦੇ। ਜਿਸ ਵੇਲੇ ਲੋੜ ਪੈਂਦੀ ਹੈ ਨਾ, ਉਸ ਵੇਲੇ ਪਤਾ ਲੱਗਦਾ ਹੈ ਕਿ ਇਹਨਾਂ ਦੀ ਕੀਮਤ ਕੀ ਹੈ। ਇਹ ਮਹਾਮਾਰੀ ਵਿੱਚ ਪਿੱਛੇ ਤੁਹਾਨੂੰ ਪਤਾ ਹੋਵੇਗਾ ਆਕਸੀਜਨ ਦੇ ਥੋੜ੍ਹੇ ਆ ਗਏ, ਅਤੇ ਜਿਹੜੇ ਸਿਲੰਡਰ ਸਨ ਆਕਸੀਜਨ ਦੇ ਕਿਸ ਭਾਅ ਵਿਕੇ ਨੇ। ਅਸੀਂ ਤੇ ਹਵਾ ਸਮਝਦੇ ਹਾਂ ਫ੍ਰੀ ਮਿਲਦੀ ਪਈ ਹੈ, ਪਾਣੀ ਮੁਫਤ ਹੀ ਮਿਲਦਾ ਪਿਆ, ਇਹ ਅਗਨ ਮੁਫਤ ਹੀ ਮਿਲਦੀ ਪਈ ਹੈ। ਨਹੀਂ, ਇਹ ਉਸ ਦੀਆਂ ਦਾਤਾਂ ਨੇ, ਉਸ ਮਾਲਕ ਦੀ ਦਾਤ। ਹਵਾ ਹੀ ਬੰਦ ਹੋ ਜਾਏ, ਇੱਕ ਸਵਾਸ ਵੀ ਲੈਣ ਵਾਸਤੇ ਜਾਓ, ਨਹੀਂ ਮਿਲਣਾ। ਇਹ ਉਸ ਦੀ ਦਾਤ ਹੈ, ਜਿਸ ਨੇ ਤੈਨੂੰ ਪਵਨ ਵਰਗੀ ਨਿਰਮੋਲਕ ਦਾਤ। ਸਾਡੇ ਕੋਲ ਜੇ ਕੋਈ ਨਕਦੀ ਹੈ ਨਾ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਜਿਵੇਂ ਵਪਾਰੀ ਲੋਕ ਕਹਿੰਦੇ ਨੇ ਕੁਝ ਪੈਸੇ ਤੇ ਐਸੇ ਨੇ ਭਈ ਜਿਹੜੇ ਉਧਾਰੀ 'ਚ ਨੇ, ਪਤਾ ਨਹੀਂ ਉਹ ਵਾਪਸ ਆਉਣ ਕਿ ਨਾ ਆਉਣ। ਕੁਛ ਐਸੇ ਨੇ ਬੈਂਕ ਵਿੱਚ ਪਏ ਨੇ, ਕੁਛ ਐਸੇ ਨੇ ਨਕਦੀ ਉਹ ਹੱਥ ਵਿੱਚ ਹੈ। ਨਕਦੀ ਉਹ ਜਿਹੜੀ ਹੱਥ ਵਿੱਚ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਤੇਰੇ ਕੋਲ ਨਕਦੀ ਕਿਹੜੀ ਹੈ? ਸਵਾਸਾਂ ਦੀ। ਸਵਾਸ ਆਇਆ ਤੇ ਆਇਆ, ਨਾ ਆਇਆ ਤੇ ਤੇਰਾ ਜੀਵਨ ਕੋਈ ਨਹੀਂ। ਉਹ ਕਹਿੰਦੇ ਨੇ, ਯਕਦਮ ਬਖੇਸ਼ਰਾ ਨਾ ਬੁਰਦਮ ਕੇ ਕੇਸਤਮ। ਇੰਨੇ ਸਵਾਸ ਉਸਨੇ ਦਿੱਤੇ, ਤੂੰ ਇੱਕ ਵੀ ਇਸ ਪਾਸੇ ਨਹੀਂ ਲਾਇਆ ਕਿ ਸੋਚਾਂ ਮੈਂ ਕੀ ਹਾਂ ਤੇ ਇੱਥੇ ਕਿਸ ਲਈ ਆਇਆ ਹਾਂ। ਯਕਦਮ ਬਖੇਸ਼ਰਾ ਨਾ ਬੁਰਦਮ ਕਿ ਕੇਸਤਮ, ਮੈਂ ਕੀ ਹਾਂ। ਐ ਵਾਏ ਸ਼ੋਕ ਹੈ, ਅਫਸੋਸ ਹੈ। ਐ ਵਾਏ ਨਕਦੇ ਜ਼ਿੰਦਗੀਮ ਰਾਏਗਾ ਗੁਜ਼ਸ਼ਤ। ਜ਼ਿੰਦਗੀ ਦੀ ਨਕਦੀ ਜਿਹੜੀ ਸੀ ਰਾਏਗਾ, ਵਿਅਰਥ ਹੀ ਚਲੀ ਗਈ। ਸਾਰੇ ਸਵਾਸ ਮੈਂ ਗਵਾ ਦਿੱਤੇ। ਦਿਹਾੜੀ ਦੇ ਕਿੰਨੇ ਗਵਾਏ? 1 ਘੰਟੇ 'ਚ ਕਿੰਨੇ ਸਵਾਸ ਆਉਂਦੇ ਨੇ? ਇਹ ਤੇ ਜਿਸ ਦਿਨ ਮੁੱਕੇ ਉਸ ਦਿਨ ਕਦਰ ਕੀਮਤ ਪੈਣੀ ਹੈ। 1 ਘੰਟੇ 'ਚ ਸਵਾਸ ਕਿੰਨੇ ਗਵਾਏ? 24 ਘੰਟਿਆਂ 'ਚ ਕਿੰਨੇ ਗਵਾਏ? ਤੇ ਛਿਨ ਛਿਨ ਉਹਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਇਹ ਹਵਾ ਵਰਗੀ ਅਮੋਲਕ ਦਾਤ ਜਿਸ ਨੇ ਤੈਨੂੰ ਦਿੱਤੇ, ਉਸ ਦਾ ਸ਼ੁਕਰਾਨਾ ਕਰ। ਜਿਨ ਦੀਆ ਤੁਧ ਨੀਰ ਨਿਰਮੋਲਾ। ਜਿਸ ਨੇ ਤੈਨੂੰ ਪਾਣੀ ਵਰਗਾ ਅਮੋਲਕ ਤੋਹਫਾ ਦਿੱਤਾ। ਜਲ ਨਾ ਮਿਲੇ, 70% ਸਰੀਰ ਵਿੱਚ ਪਾਣੀ ਹੈ। ਜ਼ਰਾ ਕੁ ਘਟਣ ਲੱਗਦਾ ਹੈ ਤੇ ਮੁਸੀਬਤ ਬਣ ਜਾਂਦੀ ਹੈ। ਹੁਣ ਪੰਜਾਬ ਦੇ ਵਿੱਚ ਰੌਲਾ ਹੋਣਾ ਹੀ ਪੈ ਰਿਹਾ ਹੈ ਕਿ ਪਾਣੀ ਥੱਲੇ ਚਲਾ ਗਿਆ ਜੇ, ਪਾਣੀ ਬਚਾ ਲਓ, ਪਾਣੀ ਬਚਾ ਲਓ। ਦੇਣ ਵਾਲੇ ਦਾ ਧੰਨਵਾਦ ਤੇ ਅਸੀਂ ਅੱਜ ਤੱਕ ਨਾ ਕੀਤਾ। ਕਿੰਨੇ ਸਾਲ ਹੋ ਗਏ ਨੇ ਵਰਤਦੇ ਹਾਂ। ਮੈਂ ਕਹਿੰਦਾ ਕਿੰਨੇ ਯੁੱਗ ਹੋ ਗਏ ਨੇ ਵਰਤਦੇ ਹਾਂ ਇਸ ਪਾਣੀ ਨੂੰ, ਪਰ ਪਾਣੀ ਦੇਣ ਵਾਲੇ ਦਾ ਅਸੀਂ ਕਦੀ ਧੰਨਵਾਦ ਕੀਤਾ। ਇੱਕ ਬੜੀ ਪਿਆਰੀ ਕਥਾ ਹੈ। ਇੱਕ ਸਮਰਾਟ ਪਿਆਲਾ ਪਾਣੀ ਦਾ ਹੱਥ 'ਤੇ ਪੀਣ ਲੱਗਾ, ਤੇ ਇੱਕ ਮਿੱਤਰ ਦਰਵੇਸ਼ ਕੋਲ ਬੈਠਾ ਸੀ। ਕਹਿਣ ਲੱਗਾ, ਬਾਦਸ਼ਾਹ ਠਹਿਰ ਜਾ, ਇਹ ਕਿੰਨੇ ਕੁ ਦਾ ਹੋਵੇਗਾ? ਕਹਿਣ ਲੱਗਾ, ਪਿਆਲਾ ਕਿ ਪਾਣੀ? ਕਹਿਣ ਲੱਗਾ, ਜੀ ਮੈਂ ਪਿਆਲੇ ਦੀ ਗੱਲ ਨਹੀਂ ਕਰ ਰਿਹਾ, ਪਾਣੀ। ਕਹਿਣ ਲੱਗੇ, ਪਾਣੀ ਤਾਂ ਮੁਫਤ ਮਿਲਦਾ, ਪਾਣੀ ਦਾ ਕਾਹਦਾ ਮੁੱਲ ਹੈ? ਪਿਆਲੇ ਦਾ ਮੁੱਲ ਹੈ। ਕਹਿਣ ਲੱਗੇ ਕਿ ਠੀਕ ਹੈ। ਮਾਰੂ ਥਲ 'ਚ ਤੂੰ ਮਰਦਾ ਹੋਵੇਂ ਪਿਆਸਾ, ਉਸ ਵੇਲੇ ਤੈਨੂੰ ਪੁੱਛਿਆ ਜਾਏ ਖਾਲੀ ਪਿਆਲਾ ਦਈਏ ਜਿਹਦਾ ਮੁੱਲ ਕਰੋੜ ਰੁਪਈਆ ਕਿ ਜਾਂ ਪਾਣੀ? ਕਹਿਣ ਲੱਗਾ, ਉਸ ਵੇਲੇ ਤੇ ਪਾਣੀ ਚਾਹੀਦਾ।
ਪਿਆਲਾ ਨਹੀਂ ਚਾਹੀਦਾ, ਪਿਆਲੇ ਨਾਲ ਪਿਆਸ ਨਹੀਂ ਬੁਝਣੀ, ਪਿਆਸ ਤੇ ਪਾਣੀ ਨੇ ਬੁਝਾਉਣੀ ਹੈ। ਪਾਣੀ ਕਿਸੇ ਕੋਲ ਹੋਵੇ ਉਹ ਆਖੇ ਮੈਂ ਨਹੀਂ ਦਿੰਦਾ, ਤੂੰ ਕੀ ਦੇਣਾ ਹੈ ਇਸ ਦੇ ਵਿੱਚ ਦੱਸ। ਕਹਿਣ ਲੱਗਾ ਅੱਧਾ ਰਾਜ ਦੇ ਦਿਆਂ। ਕਹਿਣ ਲੱਗੇ ਠੀਕ ਹੈ, ਹੁਣ ਪਾਣੀ ਪੀ ਲਵੇਂ ਤੇ ਪਾਣੀ ਜਾ ਕੇ ਸਰੀਰ ਦੇ ਵਿੱਚ ਸੂਲ ਪੈਣਾ ਸ਼ੁਰੂ ਹੋ ਜਾਏ, ਪਾਣੀ ਬਾਹਰ ਨਾ ਨਿਕਲੇ। ਕੋਈ ਵੈਦ ਕਹੇ ਕੱਢ ਤੇ ਦੇਣਾ, ਦੇਂਗਾ ਕੀ? ਤੇ ਜੋ ਦੇ ਉਹ ਆਖੇ ਥੋੜਾ। ਆਖਰ ਕਹਿਣ ਲੱਗਾ ਅੱਧਾ ਰਾਜ। ਕਹਿਣ ਲੱਗਾ ਪਾਣੀ ਦੇ ਪਿਆਲੇ ਦੀ ਕੀਮਤ ਹੈ ਤੇਰਾ ਸਾਰਾ ਰਾਜ। ਤੇ ਕਦੀ ਰੱਬ ਦਾ ਸ਼ੁਕਰਾਨਾ ਕੀਤਾ? ਪੀ ਰਹੇ ਹਾਂ, ਵਰਤ ਰਹੇ ਹਾਂ ਔਰ ਪਚ ਰਿਹਾ, ਜੀ ਰਹੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਨੇ ਨੀਰ ਨਿਰਮੋਲਾ ਜਿਸ ਨੇ ਦਿੱਤਾ। ਸੁਖਮਨੀ ਸਾਹਿਬ ਵਿੱਚ ਫਰਮਾਇਆ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੋਲਾ। ਇਹ ਅਮੁੱਲ ਦਾਤਾਂ ਨੇ ਉਸ ਦੀਆਂ। ਇਹ ਵੇਖ ਕੇ ਤੈਨੂੰ ਰੱਬ ਯਾਦ ਆਉਣਾ ਚਾਹੀਦਾ ਹੈ। ਇੱਕ ਇੱਕ ਦਾਤ ਵੇਖ ਕੇ ਪ੍ਰਮਾਤਮਾ ਯਾਦ ਆਉਣਾ ਚਾਹੀਦਾ, ਪਰ ਨਹੀਂ ਆਉਂਦਾ। ਕਿੰਨੀ ਵਾਰੀ ਅਸੀਂ ਕੀ ਕਰਨੇ ਆ, 2 ਘੁੱਟ ਪਾਣੀ ਪੀਤਾ ਤੇ ਬਾਕੀ ਗਲਾਸ ਰੋੜ ਦਿੱਤਾ ਸਾਰਾ, ਜਿਵੇਂ ਵਿਅਰਥ ਹੀ ਚੀਜ਼ ਹੈ। ਉਹਦੀਆਂ ਦਾਤਾਂ ਨੂੰ ਤੇ ਸਮਝਿਆ ਵਿਅਰਥ। ਗੁਰੂ ਸਾਹਿਬ ਜੀ ਕਹਿੰਦੇ ਨੇ ਭਲੇ ਲੋਕਾਂ ਸ਼ੁਕਰਾਨਾ ਕਰ, ਪਰਮਾਤਮਾ ਦਾ ਸ਼ੁਕਰਾਨਾ ਕਰ। ਪਰਮਾਤਮਾ ਤੇ ਤੈਨੂੰ ਭੁੱਲ ਹੀ ਨਹੀਂ ਸਕਦਾ। ਇੰਨੀਆਂ ਦਾਤਾਂ ਨੇ, ਦਾਤ ਵੇਖ, ਦਾਤਾਰ ਨੂੰ ਯਾਦ ਕਰ। ਪਰ ਕਰਦਾ ਕਿ ਇਹ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾ ਹੀ ਮਰਨ ਵਿਚਾਰਾ। ਇਹ ਤੇ ਸਮਝਦਾ ਹੀ ਨਹੀਂ ਕਿ ਮਰ ਜਾਣਾ ਇੱਕ ਦਿਨ, ਮੌਤ ਯਾਦ ਨਹੀਂ। ਇਸੇ ਵਾਸਤੇ ਪ੍ਰਮਾਤਮਾ ਵੀ ਭੁੱਲਿਆ, ਜੀਵਨ ਦਾ ਦਾਤਾ ਵਿਸਰਿਆ ਹੈ। ਹਾਂਜੀ, ਜਿਨ ਦੀਆ ਤੁਧ ਪਾਵਕ ਬਲਨਾ। ਜਿਸ ਨੇ ਤੈਨੂੰ ਅੱਗ ਦਿੱਤੀ ਤੇ ਅੱਗ ਹੀ ਨਹੀਂ ਦਿੱਤੀ, ਨਾਲ ਬਾਲਣ ਵੀ ਦਿੱਤਾ। ਹੁਣ ਅੱਗ ਹੀ ਹੁੰਦੀ, ਜੇ ਬਾਲਣ ਹੀ ਮੁੱਕਾ ਹੋਵੇ ਤੇ ਘਰ ਵਿੱਚ ਹਾਲਤ ਕੀ ਹੁੰਦੀ। ਪਹਿਲੇ ਕਹਿੰਦੇ ਸਨ ਲੱਕੜਾਂ ਗਿੱਲੀਆਂ ਨੇ, ਗੋਹੇ ਠੀਕ ਨਹੀਂ, ਉਹ ਗੱਲ ਮੁੱਕੀ। ਅੱਜ ਗੈਸ ਸਿਲੰਡਰ ਮੁੱਕਾ ਹੋਵੇ ਤੇ ਕੀ ਹਾਲਤ ਹੈ, ਅੱਗ ਕਿੱਥੋਂ ਬਾਲਾਂਗੇ। ਜਿਸ ਨੇ ਤੈਨੂੰ ਅੱਗ ਵੀ ਦਿੱਤੀ, ਜਿਸ ਨੇ ਤੈਨੂੰ ਈਂਧਨ ਬਾਲਣ ਵੀ ਦਿੱਤਾ ਕਿ ਅੱਗ ਤੇਰੇ ਘਰ 'ਚ ਬਲਦੀ ਰਹੇ, ਇਹ ਉਸ ਦਾ ਧੰਨਵਾਦ ਕਰ। ਹਾਂ, ਜਿਸ ਠਾਕੁਰ ਕੀ ਰਹੋ ਮਨ ਸਰਨਾ। ਉਸ ਠਾਕਰ ਦੀ ਸ਼ਰਨ ਵਿੱਚ ਰਹਿ, ਮਾਲਕ ਦੀ ਸ਼ਰਨ ਵਿੱਚ ਰਹੋ ਜਿਸ ਨੇ ਇੰਨੀਆਂ ਦਾਤਾਂ ਦਿੱਤੀਆਂ। ਛਤੀ ਅੰਮ੍ਰਿਤ ਜਿਨ ਭੋਜਨ ਦੀਏ। ਕਮਾਲ ਗੱਲ ਹੈ ਕਿ ਮਨੁੱਖ ਹੀ ਇੱਕ ਐਸਾ ਪ੍ਰਾਣੀ ਹੈ ਜਿਸ ਨੇ ਕਿਚਨ ਬਣਾਈ ਹੈ, ਜਿਸ ਨੇ ਰਸੋਈ ਬਣਾਈ ਹੈ। 84 ਲੱਖ ਜੌਨ ਹੈ, ਕਿਸੇ ਨੂੰ ਰਿੰਨਣਾ ਪਕਾਉਣਾ ਨਹੀਂ ਆਉਂਦਾ, ਕਿਸੇ ਦੇ ਕੋਲ ਰਸੋਈ ਨਹੀਂ। ਉਹ ਵਿਚਾਰਿਆਂ ਨੂੰ ਜੋ ਮਿਲਦਾ ਉਹ ਖਾ ਲੈਂਦੇ ਨੇ। ਪਸ਼ੂ ਚਾਰਾ ਮਿਲਦਾ, ਜੈਸਾ ਮਿਲਿਆ ਉਹ ਖਾ ਕੇ ਪੇਟ ਭਰ ਲਿਆ। ਤੈਨੂੰ ਭੋਜਨ ਬਣਾਉਣਾ ਆ ਗਿਆ, ਕਿਉਂਕਿ ਉਕਤ ਜੋਤ ਲੈ ਸੁਰਤ ਪਰੀਖਿਆ। ਅਸੀਂ ਪਹਿਲੇ ਇਹ ਪੜ੍ਹ ਆਏ ਹਾਂ ਕਿ ਪਰਖ ਵਾਲੀ ਉਸਨੇ ਬੁੱਧ ਦਿੱਤੀ, ਤੈਨੂੰ ਭੋਜਨ ਬਣਾਉਣੇ ਆ ਗਏ। 36 ਪ੍ਰਕਾਰ ਅੱਜ ਤੇ 36,000 ਤੋਂ ਵੀ ਗੱਲ ਜਿਹੜੀ ਅੱਗੇ ਲੰਘ ਗਈ ਹੋਵੇਗੀ। ਇਹ 36 ਪ੍ਰਕਾਰ ਪੁਰਾਣੀ ਗਿਣਤੀ ਹੈ। ਅਨੇਕ ਤਰ੍ਹਾਂ ਦੇ ਭੋਜਨ ਜਿਹੜੇ ਇਹ ਤੈਨੂੰ ਸਵਾਦਲੇ ਭੋਜਨ ਉਸਨੇ ਦਿੱਤੇ। ਹਾਂਜੀ, ਅੰਤਰਥਾਨ ਠਹਰਾਵਨ ਕੋ ਕੀਏ। ਇੱਕ ਗੱਲ ਫਿਰ ਹੋਰ, ਇਸ ਪੰਕਤੀ ਵੱਲ ਉਚੇਚਾ ਧਿਆਨ ਦੇਣਾ ਕਿ ਪੇਟ ਦੇ ਵਿੱਚ ਥਾਂ ਇਹ ਠਹਿਰਾਉਣ ਲਈ ਕਿ ਪਾਣੀ ਕਿੱਥੇ ਠਹਿਰਨਾ, ਭੋਜਨ ਕਿੱਥੇ ਠਹਿਰਨਾ, ਇਹ ਸ਼ੂਗਰ ਕਿੱਥੇ ਠਹਿਰਨੀ ਹੈ, ਘਿਓ ਨੇ ਕਿੱਥੇ ਠਹਿਰਨਾ। ਜੇ ਤੈਨੂੰ ਇਹ ਪਚਣ ਹੀ ਨਾ ਤੇ ਫਿਰ ਕੀ ਕਰੇ। ਭੋਜਨ ਤੇ ਸਾਹਮਣੇ ਕਹਿੰਦੇ ਨੇ ਜਿਹੜਾ ਗਰੀਬ ਬੰਦਾ ਹੈ ਉਹ ਦੁੱਖ ਵਿੱਚ ਹੈ, ਅਮੀਰ ਜਿਹੜਾ ਸੰਤਾਪ ਵਿੱਚ ਹੈ। ਸੰਤਾਪ ਵਿੱਚ ਤੇ ਦੁੱਖ 'ਚ ਫਰਕ ਕੀ ਆ। ਗਰੀਬ ਬੰਦਾ ਦੁੱਖ ਵਿੱਚ ਹੈ ਕਿ ਖਾਣ ਲਈ ਘਿਓ ਕੋਈ ਨਹੀਂ, ਅਮੀਰ ਸੰਤਾਪ ਵਿੱਚ ਹੈ, ਉਹ ਖਾ ਨਹੀਂ ਸਕਦਾ। ਘਿਓ ਤੇ ਕੋਲ ਹੈ, ਵਿਚਾਰਾ ਖਾ ਨਹੀਂ ਸਕਦਾ। ਜਿਹੜਾ ਗਰੀਬ ਬੰਦਾ ਉਹ ਦੁਖੀ ਇਸ ਲਈ ਹੈ ਕਿ ਘਰ ਵਿੱਚ ਪੱਖਾ ਵੀ ਕੋਈ ਨਹੀਂ। ਅਮੀਰ ਸੰਤਾਪ ਵਿੱਚ ਹੈ ਕਿ ਏਸੀ ਹੈ ਪਰ ਲਾ ਨਹੀਂ ਸਕਦਾ। ਚੀਜ਼ਾਂ ਤੇ ਸਾਰੀਆਂ ਕੋਲ ਨੇ ਲੇਕਿਨ ਹੰਡਾ ਨਹੀਂ ਸਕਦਾ,
ਖਾ ਨਹੀਂ ਸਕਦਾ। ਕਹਿੰਦੇ ਨੇ ਅੰਤਰ ਥਾਨ ਠਹਿਰਾਵਣ ਕੋ ਦਿਓ। ਇੱਕ ਵਾਰ ਮੈਂ ਸੁਣਿਆ ਕਿ ਇੱਕ ਵਿਗਿਆਪਨ ਆਇਆ ਸੀ USA ਵਿੱਚ। ਇੱਕ ਸੱਜਣ ਨੇ ਕਿਹਾ ਸੀ ਮੈਂ ਅੱਧੀ ਜਾਇਦਾਦ ਉਸ ਡਾਕਟਰ ਨੂੰ ਦੇ ਦਿਆਂਗਾ ਜਿਹੜਾ ਮੈਨੂੰ ਅੱਧੀ ਪਲੇਟ ਸਬਜ਼ੀ ਖਵਾ ਕੇ ਪਚਾ ਦੇਵੇ। ਮੈਂ ਤੁਹਾਨੂੰ ਬੇਨਤੀ ਕਰਾਂ, ਭੋਜਨ ਤੇ ਉਸ ਦੀ ਦਾਤ ਹੈ, ਭੁੱਖ ਵੀ ਉਸ ਦੀ ਦਾਤ ਹੈ। ਭੁੱਖ ਹੀ ਨਾ ਹੋਵੇ ਤੇ ਖਾਓਗੇ ਕਿਵੇਂ? ਭੋਜਨ ਤਾਂ ਹੀ ਖਾਵਾਂਗੇ ਨਾ ਜੇ ਭੁੱਖ ਹੈ। ਪਾਣੀ ਉਸ ਦੀ ਦਾਤ ਹੈ, ਪਾਣੀ ਦਾਤ ਨਹੀਂ, ਪਿਆਸ ਵੀ ਉਸ ਦੀ ਦਾਤ ਹੈ। ਇਹ ਜਿਹੜਾ ਪਚ ਜਾਂਦਾ ਇਹ ਤਾਂ ਕਦੀ ਅਸੀਂ ਧਿਆਨ ਹੀ ਨਹੀਂ ਕੀਤਾ ਵੀ ਮੈਂ ਖਾ ਰਿਹਾ ਤੇ ਅੰਦਰ ਮਸ਼ੀਨਰੀ ਕੰਮ ਕਰ ਰਹੀ, ਉਸ ਦੀ ਦਿੱਤੀ ਪਚ ਰਿਹਾ। ਅੰਤਰ ਥਾਨ ਠਹਿਰਾਵਣ ਕੋ ਦੀਏ। ਪਾਣੀ ਪਚ ਰਿਹਾ, ਭੋਜਨ ਪਚ ਰਿਹਾ, ਤੈਨੂੰ ਘਿਓ ਪਚ ਰਿਹਾ, ਤੈਨੂੰ ਮਿੱਠਾ ਪਚ ਰਿਹਾ। ਕਹਿੰਦੇ ਨੇ ਅੰਤਰ ਥਾਨ ਠਹਿਰਾਵਣ ਕੋ ਦੀਏ। ਇਹ ਉਸਨੇ ਬਖਸ਼ਿਸ਼ ਕੀਤੀ ਹੈ। ਜੇ ਪ੍ਰਸਾਦ ਅਰੋਗ ਕੰਚਨ ਦੇਹੇ ਲਿਵ ਲਾਵੋ ਤੇ ਸਰਾਮ ਸਨੇਹੀ। ਕੰਚਨ ਵਰਗੀ ਤੇਰੀ ਦੇਹ ਹੈ, ਅਰੋਗ ਹੈ, ਤੈਨੂੰ ਰੋਗ ਕੋਈ ਨਹੀਂ। ਲੱਖ ਲੱਖ ਧੰਨਵਾਦ ਕਰ ਉਸ ਮਾਲਕ ਦਾ ਕਿ ਦੇਹ ਅਰੋਗ ਹੈ। ਸੁਦਾ ਦੀਓ ਬਰਤਨ ਬਲਣਾ। ਕਹਿੰਦੇ ਨੇ ਉਸਨੇ ਬਸੁਦਾ, ਇਹ ਧਰਤੀ ਤੈਨੂੰ ਦਿੱਤੀ, ਇਹ ਵਰਤਨ ਵਾਲੇ ਵਾ। ਧਰਤੀ ਦੇ ਉੱਤੇ ਜਿੰਨਾ ਹੈ ਵਰਤਣਾ ਪਿਆ, ਜਿੰਨੀਆਂ ਚੀਜ਼ਾਂ, ਇਹ ਸਾਰੀਆਂ ਉਸ ਦੀ ਬਖਸ਼ਿਸ਼ ਹਨ। ਉਸ ਠਾਕੁਰ ਕੀ ਚਿਤ ਰੱਖ ਚਰਨਾ। ਉਸ ਮਾਲਕ ਦੇ ਚਰਨਾਂ ਨੂੰ ਚਿੱਤ ਵਿੱਚ ਟਿਕਾ ਕੇ ਰੱਖ। ਉਸ ਦਾ ਆਸਰਾ, ਉਸ ਦੇ ਚਰਨ ਚਿੱਤ ਵਿੱਚ ਰੱਖਣੇ ਕੀ ਨੇ? ਗੁਰੂ ਸਾਹਿਬ ਜੀ ਨੇ ਵਿਆਖਿਆ ਕਰ ਦਿੱਤੀ ਹੈ। ਕਈ ਸੱਜਣ ਜਦੋਂ ਚਰਨਾਂ ਦੀ ਗੱਲ ਆਉਂਦੀ ਹੈ ਨਾ, ਜਾਂ ਤੇ ਸੌਖਾ ਜਿਹਾ ਕੰਮ ਇਹ ਹੀ ਹੈ ਕਿ ਉਹ ਪੀੜੇ ਦੇ ਪਾਵੇ ਘੁੱਟਣ ਲੱਗ ਪੈਣਗੇ ਕਿ ਗੁਰੂ ਮਹਾਰਾਜ ਦੇ ਇਹੀ ਚਰਨ ਨੇ। ਪਰ ਉਹ ਤੇ ਚਰਨ 2 ਸਣੇ ਤੇ 4 ਨੇ, ਅਸੀਂ ਕਦੀ ਧਿਆਨ ਹੀ ਨਹੀਂ ਕੀਤਾ ਭਈ ਇਹ ਨਹੀਂ ਚਰਨ, ਇਹ 4 ਨਹੀਂ। ਹੋਰ ਕਿ ਉਹਨਾਂ ਨੇ ਕਿਹਾ, ਕਹਿੰਦੇ ਨੇ ਘਰ ਘਰ ਪ੍ਰਣਾਮ ਚਿਤ ਚਰਨ ਨਾਮ। ਨਾਮ ਹੀ ਉਸ ਦੇ ਚਰਨ ਨੇ। ਭਾਈ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਹਿਰਦੇ ਵਿੱਚ ਉਸ ਦਾ ਸ਼ਬਦ ਹੋਣਾ, ਇਹ ਚਰਨ ਟਿਕਾਉਣੇ ਹਨ। ਉਸ ਮਾਲਕ ਦਾ ਸ਼ਬਦ ਯਾਦ ਕਰ, ਉਸ ਦਾ ਧੰਨਵਾਦ ਕਰ, ਉਸ ਦਾ ਨਾਮ ਸਿਮਰਨ ਕਰ। ਇਹ ਚਰਨ ਨੇ, ਉਹ ਚਿੱਤ ਵਿੱਚ ਟਿਕਾ। ਹਾਂਜੀ। ਵੇਖਣ ਕੋ ਨੇਤਰ ਸੁਣਨ ਕੋ ਕਰਨਾ। ਵੇਖੋ ਫਿਰ ਉਸਨੇ ਦਾਤਾਂ ਦਿੱਤੀਆਂ। ਔਰ ਇੱਕ ਗੱਲ ਹੋਰ, ਸਜਾਇਆ ਇਹਨੂੰ ਕੈਸਾ ਹੈ ਕਿ ਜਿੱਥੇ ਜਿੱਥੇ ਚੀਜ਼ ਰੱਖਣੀ ਸੀ ਉੱਥੇ ਉਸਨੇ ਟਿਕਾਈ ਹੈ। ਇੱਕ ਵਿਦਵਾਨ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ ਖੁਦਾ ਨੇ ਜੋ ਜੋ ਜਿੱਥੇ ਜਿੱਥੇ ਰੱਖਣਾ ਸੀ, मेरे सीने में दिल रखा, मेरे सीने में दिल रखा, मेरे मुंह में जुबान रख दे। जहाँ की चीज रखने की थी कुदरत ने वहाँ रख दी। जिथे जिथे कुछ टकाना से टकाया। ये बड़ा सुंदर लगता पिया। पेखन को नेत्र, ਕੰਨ ਬੜੇ ਚੰਗੇ ਨੇ ਪਰ ਵੇਖ ਨਹੀਂ ਸਕਦੇ। ਵੇਖਣਗੀਆਂ ਅੱਖਾਂ ਹੀ, ਸੁਣਨਗੇ ਕੰਨ ਹੀ। ਸੁਣਨ ਵਾਸਤੇ ਕੰਨ ਨੇ, ਇਹ ਤਾਂ ਪਤਾ ਉਸ ਦਿਨ ਲੱਗਦਾ। ਅਸਲ ਵਿੱਚ ਦੁੱਖੀ ਜੀਵਨ ਦਾ ਅਨੁਭਵ ਹੈ, ਸੁੱਖ ਨਾਲ ਤੇ ਪਤਾ ਹੀ ਨਹੀਂ ਲੱਗਦਾ। ਮੇਰਾ ਖਿਆਲ ਹੈ ਸਾਰੀ ਉਮਰ ਲੱਤਾਂ ਠੀਕ ਰਹਿਣ ਨਾ, ਇਹ ਵੀ ਨਹੀਂ ਪਤਾ ਲੱਗਦਾ ਕਿ ਨਾਲ ਹੈਨ ਵੀ ਕਿ ਨਹੀਂ। ਇਹ ਤੇ ਜਿਸ ਦਿਨ ਕਿਤੇ ਲੱਤ ਕੋਈ ਦੁਖਦੀ ਹੈ ਨਾ, ਉਸ ਦਿਨ ਕਹਿੰਦੇ ਆ ਲੱਤ ਵੀ ਹੈ। ਇਹੋ ਹਾਲ ਅੱਖਾਂ ਦਾ, ਸਾਰੀ ਉਮਰ ਠੀਕ ਰਹਿਣ, ਕਦੀ ਧਿਆਨ ਹੀ ਨਹੀਂ ਵੀ ਅੱਖਾਂ ਦਾ ਡਾਕਟਰ ਕਿੱਥੇ। ਤੇ ਧਿਆਨ ਉਸ ਦਿਨ ਆਉਂਦਾ ਜਿਸ ਦਿਨ ਕਿਤੇ ਅੱਖਾਂ ਖਰਾਬ ਹੋਣ ਕਿ ਕਿਹੜਾ ਡਾਕਟਰ ਹੈ ਅੱਖਾਂ ਦਾ। ਦੰਦ ਦਾੜ ਦੁਖੇ, ਫਿਰ ਉਸ ਵੇਲੇ ਧਿਆਨ ਕਰਨੇ ਆ ਦੰਦਾਂ ਦਾ ਡਾਕਟਰ ਕਿਹੜਾ। ਦੁੱਖ ਨੇ ਜੀਵਨ ਦਾ ਅਨੁਭਵ ਦਾ ਰਾਹ ਖੋਲ੍ਹਿਆ। ਸਤਿਗੁਰੂ ਕਹਿੰਦੇ ਨੇ ਵੇਖਣ ਵਾਸਤੇ ਤੈਨੂੰ ਅੱਖਾਂ ਦੇ ਦਿੱਤੀਆਂ, ਸੁਣਨ ਵਾਸਤੇ ਉਸਨੇ ਤੈਨੂੰ ਕੰਨ ਦੇ ਦਿੱਤੇ। ਇੱਕ ਇੱਕ ਇੰਦਰਾ, ਕੀ ਇਹਨਾਂ ਦਾ ਮੁੱਲ ਹੈ? ਕੀ ਮੁੱਲ ਦੇ ਸਕਦਾ ਹੈ? ਮਸ਼ੀਨਾਂ ਵੀ ਕੰਮ ਨਹੀਂ ਕਰਦੀਆਂ। ਲੈ ਲੈ ਕੇ ਲੋਕੀ ਹਾਰ ਹੋ ਗਏ, ਕਹਿੰਦੇ ਨੇ ਇਹਨਾਂ ਨਾਲ ਵੀ ਨਹੀਂ ਸੁਣਿਆ ਜਾਂਦਾ।
ਪਰ ਇੰਨਾ ਚਿਰ ਸੁਣਦਾ ਰਿਹਾ, ਉਸ ਮਾਲਕ ਦਾ ਸ਼ੁਕਰਾਨਾ ਕਰ। ਹਾਂਜੀ। ਅਸਤ ਕਮਾਵਨ ਬਾਸਨ ਰਸਨਾ। ਕਹਿੰਦੇ ਨੇ ਇੱਕ ਗੱਲ ਹੋਰ, ਉਸ ਮਾਲਕ ਨੇ ਕਿੰਨੀ ਬਖਸ਼ਿਸ਼ ਕੀਤੀ ਹੈ ਕਿ ਤੈਨੂੰ ਕਮਾਉਣ ਵਾਸਤੇ ਹੱਥ ਦੇ ਦਿੱਤੇ। ਬਾਸਨ ਦਾ ਅਰਥ ਹੈ ਵਾਸ਼ਨਾ, ਸੁੰਘਣ ਵਾਲੀ ਨੱਕ, ਔਰ ਤੈਨੂੰ ਬੋਲਣ ਵਾਸਤੇ ਰਸਨਾ ਦਿੱਤੇ। ਸਭ ਤੋਂ ਜ਼ਿਆਦਾ ਜੇ ਕੋਈ ਹਿੱਲਦਾ ਹੈ ਨਾ ਇੰਦਰਾ, ਤੇ ਉਹ ਜ਼ੁਬਾਨ ਹੈ। ਇੱਕ ਗੱਲ ਕਰਨ ਵਾਸਤੇ ਇਸ ਨੂੰ ਕਿੰਨੀ ਵਾਰੀ ਵਰਕ ਕਰਨਾ ਪੈਂਦਾ, ਹਿੱਲਣਾ ਪੈਂਦਾ, ਪਰ ਇਹ ਥੱਕਦੀ ਨਹੀਂ। ਦਿਨ ਰਾਤ ਬੋਲੀ ਜਾ ਰਹੇ ਹਾਂ। ਜ਼ੁਬਾਨ ਤੈਨੂੰ ਰਸਨਾ ਉਸਨੇ ਦਿੱਤੀ ਬੋਲਣ ਲਈ, ਤੈਨੂੰ ਨੱਕ ਸੁੰਘਣ ਵਾਸਤੇ ਦਿੱਤੇ, ਸਵਾਸ ਵੀ ਇਸ ਨਾਲ ਲੈ ਰਹੇ ਹਾਂ। ਉਸ ਨੇ ਹੱਥ ਦਿੱਤੇ ਤੈਨੂੰ ਕੰਮ ਕਰਨ ਵਾਸਤੇ। ਇਹ ਕਿੰਨੀ ਵੱਡੀ ਬਖਸ਼ਿਸ਼ ਹੈ। ਜੇ ਤੇਰੇ ਹੱਥ ਖੁੱਲ੍ਹੇ ਦੇ ਖੁੱਲ੍ਹੇ ਹੀ ਰਹਿ ਜਾਂਦੇ, ਬੰਦ ਨਾ ਹੁੰਦੇ ਤੇ ਕੀ ਹਾਲ ਹੁੰਦਾ, ਜਾਂ ਬੰਦ ਹੋ ਜਾਂਦੇ ਤੇ ਖੁੱਲ੍ਹਦੇ ਹੀ ਨਾ। ਭਾਵੇਂ ਖੋਲ੍ਹ ਲੈ, ਭਾਵੇਂ ਬੰਦ ਕਰ ਲੈ, ਅੱਖਾਂ ਬੰਦ ਕਰ ਲੈ ਜਾਂ ਖੁੱਲੀਆਂ ਰੱਖ, ਮੂੰਹ ਨਾਲ ਜ਼ੁਬਾਨ ਨਾਲ ਬੋਲ ਜਾਂ ਚੁੱਪ ਕਰ ਜਾ, ਲੱਤਾਂ ਨਾਲ ਤੁਰ ਜਾਂ ਭਾਵੇਂ ਨਾ ਤੁਰ। ਕਿੰਨੀ ਸੁਤੰਤਰਤਾ ਉਸਨੇ ਤੈਨੂੰ ਦਿੱਤੀ ਹੈ। ਇਹ ਸਤਿਗੁਰੂ ਕਹਿੰਦੇ ਨੇ ਉਸ ਦਾ ਸ਼ੁਕਰਾਨਾ ਕਰ। ਚਰਨ ਚਲਨ ਕੋ ਸਿਰ ਕੀਨੋ ਮੇਰਾ। ਤੁਰਨ ਵਾਸਤੇ ਉਸਨੇ ਚਰਨੇ ਪੈਰ ਦੇ ਦਿੱਤੇ। ਵੈਸੇ ਨਾ ਪੈਰਾਂ ਨੂੰ ਅਸੀਂ ਬਹੁਤ ਨੀਵੇਂ ਸਮਝਿਆ ਕਿ ਪੈਰਾਂ ਨੂੰ ਕੋਈ ਚੀਜ਼ ਲੱਗ ਜਾਏ। ਜੁੱਤੀ ਪੈਰਾਂ ਨੂੰ ਲੱਗਦੀ ਹੈ ਤੇ ਪੈਰਾਂ ਨੂੰ ਕਹਿੰਦੇ ਜੁੱਤੀ ਲੱਗ ਗਈ ਹੈ, ਹੁਣ ਧੋ ਲਓ। ਭਾਈ ਸਾਹਿਬ ਜੀ ਕਹਿੰਦੇ ਨੇ ਕਦੀ ਕਿਸੇ ਨੇ ਨਹੀਂ ਆਖਿਆ ਕਿ ਤੇਰੇ ਹੱਥਾਂ ਨੂੰ ਮੱਥਾ ਟੇਕਣਾ, ਜਾਂ ਤੇਰੇ ਪੇਟ ਨੂੰ ਮੱਥਾ ਟੇਕਣਾ, ਜਾਂ ਤੇਰੇ ਕੰਨਾਂ ਨੂੰ, ਅੱਖਾਂ ਨੂੰ ਨਹੀਂ, ਚਰਨਾਂ ਨੂੰ ਮੱਥਾ ਟੇਕਣਾ। ਉਹ ਕਹਿੰਦੇ ਨੇ ਕਿਉਂ? ਪੂਜੀਏ ਨਾ ਸੀਸ ਈਸ ਊਚੋ ਦੇਹੀ ਮੈਂ ਕਹਾਵੇ, ਪੂਜੀਏ ਨਾ ਲੋਚਨ ਦ੍ਰਿਸ਼ਟ ਦ੍ਰਿਸ਼ਟਾਂਤ ਕਹਿ, पूजिए न मुख स्वाद शब्द संयुक्त के, पूजिए न हस्त सगल अंग पात कह, पूजिए न सरवण सुरत संबंध कर, पूजिए न नासका सुवास बास क्रांत कह, शब्द सुरत गंध रस रहत होए, पूजिए पदार बंद नमन महात के। ये चरण पूजे जाते ने कि नीवे ने, सिर उच्चा, नीवे चरण, सिर पैरी पांदे, पैर ही ने जिन्हों के आसरे तुरया फिरना। तेरा सारा भार इन्हों ने चुकया होया। ये रब की दात ने। चलन वास्ते उसने चरण दे देते, ते जे तुरना दिता ना बुरे पासे ना जा, फिर भले पासे जा। चरण चलो मार गोबिंद, मिटे पाप जपिए हर बिंद, इन्हां नाल भले पासे जा। ये तुरन वास्ते रब ने दिते हन। हाँ जी। मन तिस ठाकुर के पूजो पैरा, उस मालिक दे चरण पूज जिसने तेनू पैर दिते हन, तेनू चरण दिते हन। अपवित्र पवित्र जिन तू करया, तू ते बड़ा पवित्र सा। तेरा मूल की है? पवित्र तो तेनू पवित्र जिसने कर देता है। सगल जोन मह तू सिर धरिया, सारियां जोना विचों तेनू सारियां दे सिर धरिया, भाव सरदार बनाया। अवर जोन तेरी प्रहारी, इस धरती में तेरी सिकदारी, अवर जोन तेरी बनहारी, तेनू सब दा सरदार बनाया है। हाँ जी। अब तू सीज भावै नहीं सीजा, हुण सतगुर ताड़ना करदे ने सीजन सफल हो या ना हो तेरी मर्जी, लेकिन तेनू हर एक चीज़ मिली है। तू कह नहीं सकता कि परमात्मा मैं करदा कि मैनू ये घाट रह गई है। नहीं, तेनू कोई घाट नहीं, सब कुछ तेनू दिता है। हुण भाई सफल हो या ना हो तेरी मर्जी है। हाँ जी। कारज सवरै मन प्रभ ध्याईजा, कहते ने फिर सफल होने लिए ये भी तेनू गुर दस देने कि कार्य जीवन का सफल होएगा तां जे प्रभु नूं ध्याईए। प्रभु नूं ध्या लईए
ਕਾਰਜ ਸਫਲ ਹੋ ਜਾਵੇਗਾ। ਹਾਂਜੀ, ਈਹਾ ਊਹਾ ਏਕਾ ਓਹੀ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਹੀ ਇੱਕ ਪ੍ਰਮਾਤਮਾ ਹੀ ਹੈ, ਦੂਜਾ ਹੋਰ ਕੋਈ ਸਹਾਰਾ ਨਹੀਂ। ਜਤ ਕਤ ਦੇਖੀਐ ਤਤ ਤਤ ਤੋਹੀ। ਜਿੱਥੇ ਜਿੱਥੇ ਵੇਖੀਏ ਉਹੀ ਪ੍ਰਮਾਤਮਾ ਹੈ। ਹਾਂਜੀ, ਤਿਸ ਸੇਵਤ ਮਨ ਆਲਸ ਕਰੈ। ਉਸ ਨੂੰ ਸੇਵਦਿਆਂ, ਉਸ ਦਾ ਸਿਮਰਨ ਕਰਦਿਆਂ ਇਹ ਮਨ ਆਲਸ ਕਰਦਾ ਹੈ। ਜਿਸ ਵਿਸਰਿਆ ਇੱਕ ਨਿਮਖ ਨਾ ਸਰੈ। ਜਿਸ ਨੂੰ ਭੁਲਾਇਆ ਇੱਕ ਨਿਮਖ ਅੱਖ ਜਿੰਨਾ ਝਮਕਣ ਜਿੰਨਾ ਸਮਾਂ ਵੀ ਗੁਜ਼ਾਰਾ ਨਹੀਂ ਹੋ ਸਕਦਾ। ਰੱਬ ਨੂੰ ਭੁਲਾ ਦਈਏ ਤੇ ਜੇ ਰੱਬ ਸਾਨੂੰ ਭੁਲਾ ਦੇਵੇ ਫੇਰ ਉਸ ਦੀ ਜੋਤ ਬਿਨਾ ਮੁਰਦਾ ਹੋ ਜਾਏਗਾ, ਉਸ ਤੋਂ ਬਿਨਾ ਤੇ ਰਹਿ ਨਹੀਂ ਸਕਦਾ। ਉਸ ਨੂੰ ਸਿਮਰਦਿਆਂ ਆਲਸ ਕਰਦਾ ਹੈ। ਹਮੇ ਅਪਰਾਧੀ ਨਿਰਗੁਣੀਆਰੇ। ਅਸੀਂ ਤੇ ਅਪਰਾਧੀ ਹਾਂ, ਗੁਣਹੀਨ ਹਾਂ, ਗੁਣਾਂ ਤੋਂ ਸਖਣੇ ਹਾਂ। ਨਾ ਕਿਸ ਸੇਵਾ ਨਾ ਕਰ ਮਾਰੀ। ਨਾ ਕੋਈ ਸੇਵਾ ਕਰਦੇ ਆ ਤੇ ਨਾ ਹੀ ਕੋਈ ਸਾਡੇ ਚੰਗੇ ਕਰਮ ਹਨ। ਗੁਰ ਬੋਹਿਥ ਵਡ ਭਾਗੀ ਮਿਲਿਆ। ਹਾਂ, ਇੱਕ ਆਸ ਹੈ ਕਿ ਸਾਨੂੰ ਜਹਾਜ਼ ਇੱਕ ਮਿਲ ਗਿਆ। ਤਰਨਾ ਤੇ ਸਾਨੂੰ ਕੋਈ ਨਹੀਂ ਆਉਂਦਾ। ਪਾਣੀ 'ਚ ਡਰਦੇ ਅਸੀਂ ਵੜਦੇ ਨਹੀਂ ਕਿ ਡੁੱਬ ਜਾਵਾਂਗੇ, ਕਿਉਂਕਿ ਤਰਨਾ ਕੋਈ ਨਹੀਂ ਆਉਂਦਾ। ਪਰ ਇੱਕ ਆਸਰਾ ਹੈ ਕਿ ਜਹਾਜ਼ ਮਿਲ ਗਿਆ। ਹੁਣ ਜਹਾਜ਼ ਵਿੱਚ ਜਿਹੜਾ ਬੈਠ ਜਾਏ ਨਾ ਵੀ ਤਰਨਾ ਆਉਂਦਾ ਹੋਵੇ, ਜਹਾਜ਼ ਵਿੱਚ ਬੈਠਾ ਰਹੇ ਉਹ ਪਾਰ ਹੋ ਜਾਏਗਾ। ਗੁਰ ਬਹੁਤ ਹਰ ਖੇਵ ਮਿਲਿਆ। ਗੁਰੂ ਜਹਾਜ਼ ਮਿਲਿਆ ਸਾਨੂੰ। बड़ा सुंदर फरमाया है एक अदीब ने, तुमसे वफा करेगी तुम्हारी ये जिंदगी। जिंदगी सानू बहुत प्यार करती है। जिंदगी तो इन्ना प्यार करती है कि शरीर जिहड़ा है ये थां थां तो रोगी भी हो जाए तां भी नहीं छड्ड के जाती, विच टिकी रहिंदी है। तुमसे वफा करेगी तुम्हारी ये जिंदगी, लेकिन जीने का कोई तरीका भी चाहिए। पर जीवन का कोई ढंग भी तो चाहिए ना। कहते ने किश्ती का जिम्मेदार, किश्ती का जिम्मेदार फकत ना खुदा नहीं। ये बेड़ी का जिम्मेवार सिर्फ मलाह ही नहीं, किश्ती में बैठने का सलीका भी चाहिए। किश्ती में बैठन का कोई ढंग भी चाहिए। गुरु बहुत थे मिल गया, पर तू हुण एक काम ते करना है कि बेड़ी च बैठा रहो, मर्यादा विच रहो। जो मर्यादा उन्हें दसे, अमृतपान कर, नितनेम कर, भले काम कर, रहता रख, रहता तो बच, बेड़े विच ते बैठा रहो। कहते ने गुरु बहुत मिलिया है। नानक दास संग पाथर तरिया। साहब जी कहते ने जिन्हां नूं गुरु बहुत मिल गया वो पत्थर वर्गा भी होवे उतर गया, क्योंकि लोहा लगा भी बेड़ी पार लै जाती है। आओ एक पौड़ी असी सद विचों विचार लईए जो लड़ीवार विचार चल रही है जी। हाँ जी। हर भाणा गुर भाया, गुर जावै हर प्रभ पास जियो। ये सुंदर जी दे लिखी हुई सद है। ते सुंदर जी कौन सन? सतगुरु अमरदास जी दे पुत्र सन बाबा मोहरी जी। मोहरी जी दे पुत्र सन आनंद जी, ते आनंद जी दे पुत्र सन सुंदर जी। ये बाणी ऐसी है जिस दे विच एक खास गल है। इस दे विच दो गल्लां ये दसियां ने कि जिसने जाना, जाना तो है ना, जे ते बेहोश हो गया तो फिर तो कुछ भी नहीं होना। मरन लगा ना बंदा आम करके बेहोश हो ही जाता। पर जे होश है तो उसने होश विच की करना? तो जदों चला जाए जिहड़ा परिवार है उन्होंने की करना? बस ये दो गल्लां ने। कोई जान वाले ने की करना है? चाहिदा तो यह है अंत समा तेरा आया तो रब याद कर। पर जित लागो मन वासना अंत साई प्रगटानी। जिहड़ी वासना च लगा ਉਹ ਹੀ ਪ੍ਰਗਟ ਹੋਏਗੀ कि कहने ते हाँ रब याद आवे। मैं कहा ऐसी गाथा सुनी सी। एक बहुत वड्डा कारोबारी बंदा, 4 पुत्र भी ने, दुकान बड़ी वड्डी हो गई तो अंत आ गया। रब का नाम भुल के नहीं सी लिया। हुण लोग पता लैन आउंदे ने, बाकी आए तो प्रोत भी आ गए।
ਤੇ ਉਹ ਬੀਬੀ ਕਹਿਣ ਲੱਗੀ ਹੁਣ ਅੰਤਲ ਸਵਾਸ ਨੇ ਇਹਨੇ ਕਦੀ ਰਾਮ ਨਹੀਂ ਆਖਿਆ, ਤੇ ਪ੍ਰੋਤ ਜੀ ਇੰਜ ਕਿਰਪਾ ਕਰੋ ਇਹਦੇ ਮੂੰਹੋਂ ਰਾਮ ਕਢਾ ਦੀ। ਉਹ ਕਹਿਣ ਲੱਗੇ ਉਹ ਰਾਮ ਕਹਿਣ ਲੱਗਾ ਮੇਰੇ ਬੱਚੇ ਕਿੱਥੇ ਨੇ? ਕਹਿਣ ਲੱਗੇ ਜੀ ਚਾਰੇ ਕਾਕੇ ਇੱਥੇ ਨੇ। ਮੇਰੀਆਂ ਨੂੰਹਾਂ ਕਿੱਥੇ ਨੇ? ਕਹਿਣ ਲੱਗੇ ਆ ਕੋਲ ਬੈਠੀਆਂ ਨੇ। ਕਹਿਣ ਲੱਗਾ ਨਾਮ ਰਾਦੋ ਸਾਰੇ ਹੀ ਇੱਥੇ ਦੁਕਾਨ 'ਤੇ ਗਾਉਣ ਹੈ, ਤੁਸੀਂ ਉਹ ਜਾੜ ਦੇਵੋਗੇ ਤੇ ਸਾਹ ਨਿਕਲ ਗਿਆ। ਰਾਮ ਕਿੱਥੇ ਆਖਣਾ ਸੀ? ਅੰਤਮ ਵੇਲੇ ਵੀ ਦੁਕਾਨ ਹੀ ਯਾਦ ਆਈ, ਕਾਰੋਬਾਰ ਹੀ ਯਾਦ ਆਇਆ। ਬੜਾ ਸੁੰਦਰ ਕਿਹਾ ਭਗਤ ਤਰਲੋਚਨ ਜੀ ਨੇ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਾਹੇ ਜੇ ਮਰੈ, ਸਰਪ ਜੋਣ ਵਲ ਵਲ ਉਤਾਰੈ, ਅਰੇ ਬਾਈ ਗੋਬਿੰਦ ਨਾਮ ਮਤ ਵਿਸਰੈ। अंत काल जो स्त्री सिमरे ऐसी चिंता माहे जे मरे, वेश्वा जोन वल वल उतारे। अंत काल जो लड़के सिमरे ऐसी चिंता माहे जे मरे, प्रेत जोन वल वल उतारे। अंत हाँ सूकर जोन वल वल उतारे। अंत काल जो मंदिर सिमरे ऐसी चिंता माहे जे मरे, वो प्रेत जोन वल वल उतारे। अंत काल नारायण सिमरे, ਅੰਤਮ ਸਮੇਂ ਰੱਬ ਯਾਦ ਆ ਜਾਏ ਫਿਰ ਕੀ ਹੁੰਦਾ? ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਾਹੇ ਜੇ ਮਰੇ, ਬਦਤ ਰੋਚਨ ਤੇ ਨਰ ਮੁਕਤਾ ਪੀਤੰਬਰ ਵਾਂਕੇ ਹਿਰਦੇ ਵਸੇ। ਅਸਲ ਵਿੱਚ ਇੱਥੇ ਜਿਹੜਾ ਬੈਠ ਕੇ ਕਰਨੇ ਆ ਨਾ ਵਾਹਿਗੁਰੂ 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 ਕਿ ਰੋਜ਼ ਕਰੀਏ ਤੇ ਅੰਤਮ ਸਮੇਂ में ਮੂੰਹ ਨਿਕਲੇ ਵਾਹਿਗੁਰੂ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਾਨੂੰ ਸੇਧ ਦਿੱਤੀ ਹੈ। ਬਾਬਾ ਸੁੰਦਰ ਜੀ ਨੇ ਲਿਖੀ ਹੈ, ਅੰਤਮ ਸਮਾਂ ਆਵੇ ਤੇ ਕੀ ਕਰਨਾ? ਗੁਰੂ ਨੇ ਕੀ ਕੀਤਾ ਉਹ ਹਾਲ ਜਿਹੜਾ ਇੱਥੇ ਲਿਖਿਆ, ਆਓ ਸਰਵਣ ਕਰੋ, ਪੰਕਤੀ ਪੜ੍ਹਦੇ ਹਾਂ। ਹਰ ਭਾਣਾ ਗੁਰ ਭਾਇਆ, ਗੁਰੂ ਨੂੰ ਰੱਬ ਦਾ ਭਾਣਾ ਭਾਇਆ, ਪਿਆਰਾ ਲੱਗਾ ਹੈ। ਗੁਰ ਜਾਵੈ ਹਰ ਪ੍ਰਭ ਪਾਸ ਜੀਉ, ਤੇ ਆਵਾਜ਼ ਮਾਰੀ ਹੈ। ਸੱਦ ਦਾ ਅਰਥ ਹੈ ਸੱਦਾ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਸੱਦੇ ਦਾ ਅਰਥ ਹੈ ਸੱਦਾ, ਆਵਾਜ਼ ਮਾਰਨੀ। ਗੁਰੂ ਨੂੰ ਆਵਾਜ਼ ਮਾਰੀ ਹੈ ਰੱਬ ਨੇ। ਸੱਦ ਦਾ ਅਰਥ ਹੀ ਹੈ ਆਵਾਜ਼। ਕਹਿੰਦੇ ਨੇ ਗੁਰੂ ਹੁਣ ਪ੍ਰਮਾਤਮਾ ਦੇ ਪਾਸ ਜਾ ਰਹੇ ਹੈ, ਨਿਰੰਕਾਰ ਦੇ ਪਾਸ ਜਾਵੇ। ਹਾਂਜੀ, ਸਤਿਗੁਰ ਕਰੇ ਹਰ ਪਹਿ ਬੇਨਤੀ। ਆਹ ਕੰਮ ਜੇ ਕਰਨ ਵਾਲਾ ਗੁਰੂ ਰੱਬ ਕੋਲ ਬੇਨਤੀ ਕਰਦਾ, ਕੀ ਬੇਨਤੀ? ਮੇਰੀ ਪੈਜ ਰਖੋ ਅਰਦਾਸ ਜੀਓ, ਮੇਰੀ ਅਰਦਾਸ ਹੈ ਕਿ ਮੇਰੀ ਇੱਜ਼ਤ ਰੱਖ ਲਓ। ਇਹ ਕਿਰਪਾ ਕਰਨੀ, ਮੇਰੀ ਪੈਜ ਰੱਖ ਲੈਣੀ। ਪੈਜ ਰਾਖੋ ਹਰ ਜਨ ਹੈ ਕੇਰੀ, ਆਪਣੇ ਸੇਵਕ ਦੀ ਜਨ ਦੀ ਇੱਜ਼ਤ ਪੈਜ ਰੱਖ ਲੈਣੀ। ਹਰ ਦੇਹੋ ਨਾਮ ਨਿਰੰਜਨੋ, ਨਿਰਮਲ ਨਾਮ ਨਿਰੰਜਨ ਨਾਮ, ਇਹ ਨਾਮ ਦੀ ਦਾਤ ਮੈਨੂੰ ਦੇਵੋ। ਅੰਤ ਚਲਦਿਆ ਹੋਏ ਬੇਲੀ, ਇਹ ਨਾਮ ਹੀ ਚੱਲਦਿਆਂ ਬੇਲੀ ਹੁੰਦਾ ਹੈ। ਜਮਦੂਤ ਕਾਲ ਨਿਖੰਜਨੋ, ਜਮਦੂਤ ਔਰ ਕਾਲ ਦਾ ਇਹ ਨਾਸ਼ ਕਰਨ ਵਾਲਾ ਹੈ। ਸਤਿਗੁਰੂ ਕੀ ਬੇਨਤੀ ਪਾਏ, ਜਿਵੇਂ ਕਹਿੰਦੇ ਆ ਮੈਂ ਬੇਨਤੀ ਦਰਖਾਸਤ ਪਾਈ ਹੈ ਕਿਤੇ, ਗੁਰੂ ਨੇ ਜਿਹੜੀ ਬੇਨਤੀ ਪਾਈ, ਅਰਦਾਸ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਪਰਮਾਤਮਾ ਨੇ ਉਹ ਅਰਦਾਸ ਸੁਣ ਲਈ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਕਹਿੰਦੇ ਨੇ ਕਿਰਪਾ ਕਰਕੇ ਗੁਰੂ ਨੂੰ ਆਪਣੇ ਨਾਲ ਮਿਲਾ ਲਿਆ। ਪਰਮਾਤਮਾ ਨੇ ਗੁਰੂ ਅਮਰਦਾਸ ਨੂੰ ਆਪਣੇ ਨਾਲ ਮਿਲਾ ਲਿਆ। ਧੰਨ ਧੰਨ ਕਹੈ ਸਾਬਾਸ ਜੀਓ। ਅਕਾਲ ਪੁਰਖ ਨੇ ਆਖਿਆ ਕਿ ਅਮਰਦਾਸ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਸ਼ਾਬਾਸ਼ ਤੁਹਾਨੂੰ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਇਹ ਕੰਮ ਕਰਨਾ ਹੈ, ਜਾਣ ਵਾਲੇ ਨੂੰ ਰੱਬ ਯਾਦ ਆਵੇ। ਮਗਰਲਿਆਂ ਨੇ ਕੀ ਕਰਨਾ ਉਹ ਅਗਲੀਆਂ ਪੌੜੀਆਂ ਵਿੱਚ ਹੈ। ਅੰਤਲੀਆਂ ਪੌੜੀਆਂ ਦਾ ਪਾਠ ਸਰਵਣ ਕਰੋ, ਸਮਾਪਤੀ ਕਰੀਏ ਜੀ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧੰਨ ਧੰਨ ਕਹੈ ਸ਼ਾਬਾਸ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।